तस्वीरां इस वेले दियां मनप्रीत बादल दाखिल हुए ने बीजेपी हैडकुआटर दे विच। दिल्ली दियां ये तस्वीरां ने मनप्रीत बादल दिल्ली दे विच बीजेपी हैडकुआटर दे विच पहुंच चुके ने। एक्सक्लूसिव तस्वीरां न्यूज़ 18 ते इस वेले दिखा रहे हैं। कांग्रेस तो अस्तीफा दे के बीजेपी दफ्तर दे विच मनप्रीत बादल पहुंच चुके ने ते हुण तो थोड़ी ही देर दे बाद बीजेपी च शामिल हो जाएंगे मनप्रीत बादल। एक लंबी चिट्ठी उन्होंने राहुल गांधी को लिखी है, जो उन्होंने अस्तीफा लिखा है उस दे विच उन्होंने लिखा है कि उन्होंने पीपीपी मर्ज की कांग्रेस दे विच बड़ियां ही उम्मीदां दे नाल, लेकिन उन्होंने बहुत अफसोस होया जिस तरीके दे नाल उन्होंने ट्रीट किया गया या फिर अजिहे लोकां नूं जिम्मेवारी सौंप दी गई जिन्हां ने धड़ेबंदी पार्टी दे विच होर वधाई है ते अजिहे लोकां नूं स्ट्रेंथन किया है, अजिहे लोकां नूं मजबूत किया है जो डिजर्व नहीं करते। अजिहे माड़े एलीमेंट्स नूं पार्टी दे विच उपरले अहुदे दिते गए, उन्होंने होर मजबूत किया गया है। तो अस्तीफे दीयां तस्वीरां भी असीं दिखा रहे हैं जो अस्तीफा उन्होंने राहुल गांधी को भेजा है। दूसरी तस्वीर मनप्रीत बादल इस वेले बीजेपी के हैडकुआटर पहुंच चुके हैं। तो हुण तो कुछ ही मिनटां दे बाद वो तस्वीरां सामने आ जाणगियां जदों रस्मी तौर पर मनप्रीत बादल बीजेपी च शामिल हो जाएंगे। टाइमिंग बहुत मैटर करती है। पंजाब दे विच इस वेले भारत जोड़ो यात्रा राहुल गांधी कढ रहे ने ते कांग्रेस नूं मजबूत करन दे लई सवाल भी राहुल गांधी दे अगे रखे गए ने कि की पंजाब दे विच कांग्रेस नूं जोड़ लिया जाएगा, पंजाब दे विच कांग्रेस नूं किवें जोड़िया जाएगा। तां अजिहे दे विच तस्वीर सामने आउणी, टाइमिंग अपने आप दे विच बहुत मैटर करदी है। विजयपाल बराड़ मेरे सहयोगी लगातार जुड़े हुए ने। विजय, मनप्रीत बादल बीजेपी के हैडकुआटर पहुंच चुके हैं, असीं तस्वीरां भी दिखा रहे हैं, तो हुण तो कुछ ही मिनटां दे बाद बीजेपी च रस्मी तौर पर शामिल हो जाएंगे। असीं गल अस्तीफे की कर रहे सी, अस्तीफे च ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ कि एक ਤਾਂ ਧੜੇਬੰਦੀ ਨੂੰ ਵਧਾਇਆ ਗਿਆ ਜਿਨ੍ਹਾਂ ਲੋਕਾਂ ਨੂੰ ਕਾਂਗਰਸ ਦੀ ਜ਼ਿੰਮੇਵਾਰੀ ਪੰਜਾਬ 'ਚ ਦਿੱਤੀ ਗਈ ਤੇ ਨਾਲ ਹੀ ਉਹ ਇਹ ਵੀ ਲਿਖ ਰਹੇ ਨੇ ਕਿ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਉਹਨਾਂ ਨੇ ਮਾੜੇ ਐਲੀਮੈਂਟਸ ਨੂੰ, ਬੈਡ ਐਲੀਮੈਂਟਸ ਨੂੰ ਸਟਰੈਂਥਨ ਕੀਤਾ, ਉਹਨਾਂ ਨੂੰ ਮਜ਼ਬੂਤ ਕੀਤਾ ਹੈ ਪਾਰਟੀ ਦੇ ਅੰਦਰ। ਬਿਲਕੁਲ ਅਰਸ਼ੀ, ਜਿਵੇਂ ਅਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹਾਂ, ਮਨਪ੍ਰੀਤ ਬਾਦਲ ਨੇ ਕਿਉਂਕਿ ਰਾਜਾ ਵੜਿੰਗ ਨੂੰ ਅਫੀਸ਼ੀਅਲੀ ਪ੍ਰਧਾਨਗੀ ਦਿੱਤੀ ਗਈ ਹੈ ਪੰਜਾਬ ਕਾਂਗਰਸ ਦੀ ਔਰ ਉਸ ਤੋਂ ਬਾਅਦ ਉਹ ਉਸੇ ਤਰੀਕੇ ਨਾਲ ਜੁਆਇਨਿੰਗ ਕਰਵਾ ਰਹੇ ਨੇ, ਜ਼ਿਲ੍ਹਾ ਪ੍ਰਧਾਨ ਬਣਾ ਰਹੇ ਨੇ। ਔਰ ਮਨਪ੍ਰੀਤ ਬਾਦਲ ਜਿਹੜੇ ਬੰਦਿਆਂ ਦੇ ਮਨਪ੍ਰੀਤ ਬਾਦਲ ਦੀ ਜਿਨ੍ਹਾਂ ਬੰਦਿਆਂ ਨਾਲ ਨਹੀਂ ਬਣਦੀ ਸੀ, ਕਹੀਏ ਸਿਆਸਤ ਦੇ ਵਿੱਚ ਕਈ ਵਾਰੀ ਤੁਹਾਡੇ ਮਨਮੁਟਾਵ ਹੁੰਦੇ ਨੇ, ਕਿਸੇ ਵੇਲੇ ਉਹ ਬੰਦੇ ਮਨਪ੍ਰੀਤ ਬਾਦਲ ਉਹਨਾਂ ਨੂੰ ਸਿਆਸਤ ਦੇ ਵਿੱਚ ਲੈ ਕੇ ਆਏ ਔਰ ਹੌਲੀ-ਹੌਲੀ ਉਹਨਾਂ ਨੇ ਮਨਪ੍ਰੀਤ ਬਾਦਲ ਦੀ ਜਦੋਂ ਖਿਲਾਫਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਮਨਪ੍ਰੀਤ ਬਾਦਲ ਦੇ ਇਲਜ਼ਾਮ ਰਹੇ ਕਿ ਰਾਜਾ ਵੜਿੰਗ ਉਹਨਾਂ ਬੰਦਿਆਂ ਨੂੰ ਹੱਲਾਸ਼ੇਰੀ ਦਿੰਦੇ ਨੇ ਔਰ ਉਹਨਾਂ ਬੰਦਿਆਂ ਦੀਆਂ ਅਪਾਇੰਟਮੈਂਟਸ ਜਿਹੜਾ ਉਹਨਾਂ ਨੇ ਜ਼ਿਕਰ ਚਲੋ ਸਿੱਧੇ ਤੌਰ ਤੇ ਨਹੀਂ ਲਿਖਿਆ ਪਰ ਕਾਫੀ ਕੁਝ ਲਿਖਿਆ ਕਿਉਂਕਿ ਅਸੀਂ ਬਹੁਤ ਸਾਲਾਂ ਤੋਂ ਸਿਆਸਤ ਕਵਰ ਕਰ ਰਹੇ ਹਾਂ, ਪੋਲਿਟਿਕਸ ਕਵਰ ਕਰ ਰਹੇ ਹਾਂ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਹਾਂ। ਕਈ ਵਾਰੀ ਸਾਰੀਆਂ ਗੱਲਾਂ ਔਨ ਕੈਮਰਾ ਨਹੀਂ ਬੋਲਦੇ ਲੀਡਰ ਪਰ ਆਫ ਕੈਮਰਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਐਜ਼ ਏ ਜਰਨਲਿਸਟ ਤੁਹਾਨੂੰ ਪਤਾ ਹੁੰਦੀਆਂ ਨੇ ਔਰ ਇਹੋ ਜਿਹੇ ਮੌਕੇ ਤੇ ਜੇ ਅੱਜ ਮਨਪ੍ਰੀਤ ਬਾਦਲ ਨੇ ਐਡਾ ਵੱਡਾ ਡਿਸੀਜਨ ਲਿਆ ਤਾਂ ਫਿਰ ਉਸ ਮੌਕੇ ਤੇ ਤੁਸੀਂ ਬੀਇੰਗ ਆਥੋਰਾਈਜ਼ਡ ਪਰਸਨ ਇਹ ਗੱਲ ਕਰ ਸਕਦੇ ਹੋ ਕਿਉਂਕਿ ਜਦੋਂ ਜਿਹੜੇ ਵੀ ਇੱਕ ਜਰਨਲਿਸਟ ਦੇ ਸੋਰਸ ਹੁੰਦੇ ਨੇ ਉਸ ਸੋਰਸ ਦੇ ਮੁਤਾਬਕ ਤੁਹਾਨੂੰ ਪਤਾ ਹੁੰਦਾ ਕਿ ਕਿਹੜੀਆਂ ਗੱਲਾਂ ਦੀ ਨਾਰਾਜ਼ਗੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ। ਸੋ ਇੱਕ ਤੇ ਜਿਵੇਂ ਮੈਂ ਬਿਆਨਬਾਜ਼ੀ ਵਾਲੀ ਗੱਲ ਕੀਤੀ ਕਿ ਬਿਆਨਬਾਜ਼ੀ ਨੂੰ ਲੈ ਕੇ ਬਹੁਤ ਮਨਪ੍ਰੀਤ ਬਾਦਲ ਆਹਤ ਰਹੇ ਨੇ, ਖਫਾ ਰਹੇ ਨੇ ਔਰ ਉਹਨਾਂ ਨੇ ਕਾਂਗਰਸ ਹਾਈ ਕਮਾਨ ਨੂੰ ਕਿਹਾ ਵੀ ਇਸ ਚੀਜ਼ ਤੇ ਅੰਕੁਸ਼ ਲਾਇਆ ਜਾਵੇ, ਇਸ ਚੀਜ਼ ਨੂੰ ਰੋਕਿਆ ਜਾਵੇ। ਪਰ ਜਦੋਂ ਉਹ ਚੀਜ਼ ਵੱਧਦੀ ਗਈ ਤੇ ਮਨਪ੍ਰੀਤ ਬਾਦਲ ਜਿਹੜੀ ਚੀਜ਼ ਤੋਂ ਕਾਂਗਰਸ ਹਾਈ ਕਮਾਨ ਨੂੰ ਰੋਕਣ ਨੂੰ ਕਹਿ ਰਹੇ, ਜਦੋਂ ਹੋਰ ਵੱਡੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਤਾਂ ਜ਼ਾਹਿਰ ਜੀ ਗੱਲ ਹੈ ਕਿ ਫਿਰ ਇੱਕ ਜਿਹੜਾ ਆਗੂ ਹੁੰਦਾ ਹੈ ਕਿਤੇ ਨਾ ਕਿਤੇ ਉਹ ਨਿਰਾਸ਼ਤਾ 'ਚ ਚਲਾ ਜਾਂਦਾ ਹੈ ਜਾਂ ਫਿਰ ਉਹ ਆਪਣਾ ਵੱਖਰਾ ਰਾਹ ਅਖਤਿਆਰ ਕਰਨ ਬਾਰੇ ਸੋਚਦਾ ਹੈ। ਸੋ ਇਹ ਇੱਕ ਤੇ ਵਜ੍ਹਾ ਬਣੀ ਹੈ ਬਹੁਤ ਵੱਡੀ। ਦੂਸਰੀ ਗੱਲ ਜਿਹੜੀ ਉਹਨਾਂ ਨੇ ਆਪਣੇ ਅਸਤੀਫੇ ਦੇ ਵਿੱਚ ਲਿਖੀ ਹੈ ਔਰ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਜੋ ਦਾਅਵੇ ਕਰਦੀ ਹੈ, ਰਾਹੁਲ ਗਾਂਧੀ ਜੋ ਦਾਅਵੇ ਕਰਦੇ ਨੇ, ਜੋ ਗੱਲਾਂ ਕਰਦੇ ਨੇ, ਪਾਰਟੀ ਦੀਆਂ ਜੋ ਨੀਤੀਆਂ ਦੱਸਦੇ ਨੇ, ਐਕਚੁਅਲ ਦੇ ਵਿੱਚ ਉਹ ਚੀਜ਼ ਜਿਹੜੀ ਹੈ ਉਹ ਤੱਥਾਂ ਤੋਂ ਬਹੁਤ ਪਰੇ ਹੈ। ਜਿਹੜੇ ਦਾਅਵੇ ਕੀਤੇ ਜਾਂਦੇ ਨੇ ਉਹ ਦਾਅਵੇ ਤੱਥਾਂ ਤੋਂ ਰਹਿਤ ਨੇ। ਇਹ ਗੱਲ ਮਨਪ੍ਰੀਤ ਬਾਦਲ ਨੇ ਆਪਣੀ ਚਿੱਠੀ ਦੇ ਵਿੱਚ ਲਿਖੀ ਹੈ ਕਿ ਤੁਸੀਂ ਰਾਹੁਲ ਗਾਂਧੀ ਨੂੰ ਐਡਰੈਸ ਕੀਤੀ ਹੈ ਚਿੱਠੀ ਕਿਉਂਕਿ ਉਹਨਾਂ ਨੇ ਲਿਖਿਆ ਕਿ ਤੁਸੀਂ ਦਾਅਵੇ ਬਹੁਤ ਵੱਡੇ ਕਰਦੇ ਰਹੇ ਹੋ ਪਰ ਇਹ ਚੀਜ਼ ਦਾਅਵਿਆਂ ਤੋਂ ਕੋਹਾਂ ਦੂਰ ਰਹੀ ਹੈ। ਵਿਦਨ ਪਾਰਟੀ ਜਿਹੜਾ ਡਿਸਪਲਿਨ ਹੈ ਉਸ ਨੂੰ ਲੈ ਕੇ ਉਹਨਾਂ ਨੇ ਸਿੱਧੇ ਸਵਾਲ ਚੱਕੇ ਨੇ ਕਿ ਕਾਂਗਰਸ ਹਾਈ ਕਮਾਨ ਪਾਰਟੀ ਦੇ ਵਿੱਚ ਡਿਸਪਲਿਨ ਬਰਕਰਾਰ ਨਹੀਂ ਰੱਖ ਸਕੀ। ਸੋ ਇਸ ਦਾ ਅਰਥ ਆਪਾਂ ਅਰਸ਼ੀ ਭਾਵੇਂ ਪਿਛਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਲੈ ਕੇ ਚਰਨਜੀਤ ਚੰਨੀ ਨੂੰ ਬਣਾਉਣ ਨੂੰ ਲੈ ਕੇ ਜਾਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਸੌਂਪਣ ਨੂੰ ਲੈ ਕੇ ਕਿਸੇ ਵੀ ਚੀਜ਼ ਨਾਲ ਜੋੜ ਕੇ ਵੇਖ ਸਕਦੇ ਆ। ਇਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਕਾਂਗਰਸ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਡਿਸਪਲਿਨ ਨਹੀਂ ਰਿਹਾ। ਪਿਛਲੇ ਦਿਨਾਂ ਦੇ ਵਿੱਚ ਚਰਚਾ ਬੜੀ ਪ੍ਰਬਲ ਹੋਈ ਸੀ ਜਦੋਂ ਮਨਪ੍ਰੀਤ ਬਾਦਲ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਮਿਲਣ ਗਏ ਸੀ
ਹੁਣ ਅੱਜ ਜੇ ਆਪਾਂ ਉਹਨਾਂ ਕੜੀਆਂ ਨੂੰ ਜੋੜ ਕੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਉਸ ਪਾਸੇ ਇਸ਼ਾਰਾ ਕਰਦੀਆਂ ਨੇ ਕਿ ਮਨਪ੍ਰੀਤ ਬਾਦਲ ਕਾਫੀ ਦਿਨਾਂ ਤੋਂ ਆਪਣਾ ਵੱਖਰਾ ਰਾਹ ਅਖਤਿਆਰ ਕਰਨ ਬਾਰੇ ਸੋਚ ਰਹੇ ਸੀ ਔਰ ਇਸ ਕਰਕੇ ਜਿਹੜੇ ਉਹਨਾਂ ਦੇ ਕਾਂਗਰਸ ਦੇ ਵਿੱਚ ਹਮਖਿਆਲ ਲੀਡਰ ਸੀ ਉਹਨਾਂ ਨੂੰ ਉਹ ਮਿਲਣਾ ਚਾਹੁੰਦੇ ਸੀ। ਇਸੇ ਕਰਕੇ ਉਹ ਨਵਜੋਤ ਸਿੱਧੂ ਦੇ ਨਾਲ ਮੁਲਾਕਾਤ ਕਰਨ ਗਏ ਔਰ ਉਹਨਾਂ ਨੇ ਨਵਜੋਤ ਸਿੱਧੂ ਨੂੰ ਵੀ ਟਟੋਲਣ ਦੀ ਕੋਸ਼ਿਸ਼ ਕੀਤੀ ਕਿ ਨਵਜੋਤ ਸਿੱਧੂ ਦੇ ਮਨ 'ਚ ਕੀ ਹੈ। ਖੈਰ ਉਹ ਜਦੋਂ ਨਵਜੋਤ ਸਿੱਧੂ ਬਾਹਰ ਆਉਣਗੇ ਉਹ ਤੇ ਉਦੋਂ ਹੀ ਦੱਸਣਗੇ ਕਿ ਕੀ ਉਹਨਾਂ ਦੇ ਮਨ 'ਚ ਹੈ ਜਾਂ ਕੀ ਗੱਲਬਾਤ ਉਹਨਾਂ ਦੀ ਉਸ ਵੇਲੇ ਹੋਈ ਹੈ। ਇਹ ਤੇ ਬਾਹਰ ਨਹੀਂ ਆ ਪਾਇਆ ਪਰ ਉਸ ਦਿਨ ਲੰਬੀ ਚੌੜੀ ਮੁਲਾਕਾਤ ਹੋਈ। ਇਹ ਦਰਸਾਉਂਦੀ ਹੈ ਜੇ ਅੱਜ ਦੇ ਘਟਨਾਕ੍ਰਮ ਨਾਲ ਜਦੋਂ ਆਪਾਂ ਜੋੜ ਕੇ ਵੇਖਦੇ ਹਾਂ ਕਿ ਮਨਪ੍ਰੀਤ ਬਾਦਲ ਪਿਛਲੇ ਕਈ ਦਿਨਾਂ ਤੋਂ ਆਪਣਾ ਵੱਖਰਾ ਰਾਹ ਅਖਤਿਆਰ ਕਰਨ ਬਾਰੇ ਸੋਚ ਰਹੇ ਸੀ ਔਰ ਟਾਈਮਿੰਗ ਉਹਨਾਂ ਵੱਲੋਂ ਭਾਰਤ ਜੋੜੋ ਯਾਤਰਾ ਵਾਲੇ ਦਿਨ ਦੀ ਚੁਣੀ ਗਈ ਕਿ ਜਦੋਂ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਜਾਂ ਕਾਂਗਰਸ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤਾਂ ਐਸੀ ਟਾਈਮਿੰਗ ਜਿਹੜੀ ਹੈ ਉਹਨਾਂ ਦੀ ਜੁਆਇਨਿੰਗ ਉੱਭਰ ਕੇ ਵੀ ਆਏਗੀ ਔਰ ਜਿਹੜੀ ਪਾਰਟੀ ਨੂੰ ਉਹ ਜੁਆਇਨ ਕਰਨ ਜਾ ਰਹੇ ਆ ਉਹਨਾਂ ਨੂੰ ਆਬਵੀਅਸਲੀ ਸੂਟ ਵੀ ਕਰਦੀ ਹੈ। बिल्कुल विजय तुसी जुड़े रहना। दिल्ली तो मेरे सहयोगी विनीत लाइव इस वेले जुड़ चुके हैं। विनीत, क्या कुछ तस्वीरें हैं? दिल्ली बीजेपी दफ्तर में मनप्रीत बादल पहुंच चुके हैं, इस वक्त की क्या कुछ तस्वीरें हैं? कब तक मनप्रीत बादल जो है ऑफिशियली बीजेपी के लीडर हो जाएंगे? जी निश्चित तौर पर मैं आपको बताना चाहूँगा कि यहाँ पर बीजेपी राष्ट्रीय मुख्यालय में इस वक्त हम हैं और यहाँ पर मैं अपने कैमरा पर्सन को कहूँगा कि वो स्टेज को दिखाएं कि और इसी स्टेज पर अब से थोड़ी देर बाद जो है वो मनप्रीत बादल जो है वो यहाँ पर आएंगे और वो औपचारिक तौर पर जो भी हमें जानकारी मिल रही है वो बीजेपी की सदस्यता जो है वो ले लेंगे। जो हमारी बात हुई है अब से थोड़ी देर पहले वो मनप्रीत बादल जो है वो बीजेपी ऑफिस जो है वो पहुँच गए हैं। अभी वो बीजेपी ऑफिस में ही मौजूद हैं और केंद्रीय मंत्री पीयूष गोयल जो हमें जानकारी मिल रही है उन्हें जो है वो सदस्यता दिलाएंगे। एक हमें और भी बात यहाँ पर पहले थी कि मनप्रीत बादल ने इससे पहले भी केंद्रीय मंत्री पीयूष गोयल के साथ मुलाकात की थी और उसके बाद आज जो है वो आज औपचारिक तौर पर वो बीजेपी में शामिल हो जाएंगे। एक और बड़ी बात जो मैं आपको बताना चाहूँगा कि मनप्रीत बादल ने जिस तरह से हमने देखा कि एक ट्वीट किया है और जिस तरह से उन्होंने अपने इस्तीफे की चिट्ठी जो है उस ट्वीट में लिखा था, उन्होंने साफ तौर पर कहा था कि 7 साल पहले लगभग उन्होंने अपनी पार्टी को कांग्रेस में का विलय किया था और उसके बाद भी उन्होंने पार्टी में बेहतर काम किया था। इसके साथ ही साथ सरकार में भी उन्हें मौका मिला था, सरकार में भी उन्होंने बेहतर काम किया था। लेकिन जिस तरह से एक कोटरी जो है दिल्ली की कोटरी जिस तरह से डिस्कनेक्ट में की हुई थी, अभी जो हाई कमान है उसे जिस तरह से घेरे हुई थी, उससे वो काफ़ी दुखी थे और इसी कारण वो जो है वो इस्तीफा दे रहे हैं। और उसके बाद जो अब उन्होंने कदम उठाया है वो बीजेपी में शामिल होंगे केंद्रीय मंत्री पीयूष गोयल। अब से थोड़ी देर बाद जो है वो उन्हें बीजेपी की सदस्यता जो है वो प्राथमिक सदस्यता जो है वो दिलवाएंगे। लेकिन एक बड़ी बात यहाँ पर यह है कि मनप्रीत बादल जो है वो बीजेपी ऑफिस पहुँच गए हैं। अब से लगभग तकरीबन 10 से 15 मिनट पहले बीजेपी ऑफिस पहुँच गए हैं और जो बीजेपी की ओर से औपचारिक मैसेज दिया गया था उसमें से 1:30 बजे का समय दिया गया था जब मनप्रीत बादल जो है वो बीजेपी में शामिल में होंगे। तो अब हम सब इंतज़ार कर रहे हैं। हालांकि यहाँ पर जैसा कि हमने पहले भी दिखाया, मैं कैमरा पर्सन को फिर से कहूँगा वो मैं दिखाएं कि जो पूरी तरह से बीजेपी का जो स्टेज है, जो मीडिया रूम है वो है, यहाँ पर ही बीजेपी को में कोई भी शामिल होता है उसे सामान्यतः यहीं सदस्यता दिलाई जाती है। तो यहाँ पर पूरी तरह से स्टेज जो है वो तैयार है और अब से थोड़ी देर बाद केंद्रीय मंत्री पीयूष गोयल के साथ मनप्रीत बादल जो है वो यहाँ पर आएंगे और उन्हें औपचारिक तौर पर बीजेपी की सदस्यता जो है वो दिलवाई जाएगी। इससे पहले मनप्रीत बादल ने कांग्रेस की प्राथमिक सदस्यता से इस्तीफा दे दिया। इस्तीफा देने के साथ ही साथ उन्होंने एक ट्वीट भी किया है जिसमें उन्होंने अपने कामकाज की बात कही थी कि किस तरह से उन्होंने जब वो वित्त मंत्री थे किस तरह से उन्होंने पंजाब की सेवा की थी, बेहतर काम किया था और अब वो किस तरह से जो कांग्रेस की कोटरी है, दिल्ली की कोटरी है, उससे किस तरह से वो उन्होंने अपनी जो नाराज़गी है वो व्यक्त की है और उसी नाराज़गी के कारण उन्होंने कांग्रेस की प्राथमिक सदस्यता से इस्तीफा दे दिया है। और अब यह सबसे बड़ी बात यहाँ पर यह है कि अब वो बीजेपी में शामिल हो रहे हैं। जी बिल्कुल। ਤਾਂ ਹੁਣ ਤੋਂ ਕੁਝ ਹੀ ਮਿੰਟਾਂ ਦੇ ਬਾਅਦ ਉਹ ਤਸਵੀਰਾਂ ਸਾਹਮਣੇ ਆਉਣਗੀਆਂ। ਮਨਪ੍ਰੀਤ ਬਾਦਲ ਇਸ ਵੇਲੇ ਬੀਜੇਪੀ ਹੈੱਡਕੁਆਟਰ 'ਚ ਪਹੁੰਚੇ ਹੋਏ ਨੇ ਤੇ ਜੋ ਜਾਣਕਾਰੀ ਮਿਲ ਰਹੀ ਹੈ, ਵਿਨੀਤ ਆਪ ਜੁੜੇ ਰਹਿਣਾ। ਬੀਜੇਪੀ ਹੈੱਡਕੁਆਟਰ ਦੇ ਵਿੱਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਉਣਗੇ। ਬੀਜੇਪੀ ਦੇ ਵਿੱਚ ਮਨਪ੍ਰੀਤ ਬਾਦਲ ਸ਼ਾਮਿਲ ਹੋਣ ਜਾ ਰਹੇ ਨੇ। ਕਾਂਗਰਸ ਨੂੰ ਅਸਤੀਫਾ ਸੌਂਪ ਦਿੱਤਾ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਭੇਜ ਦਿੱਤਾ ਹੈ। ਲੰਬਾ
ਜਿਹੜਾ ਅਸਤੀਫਾ ਲਿਖਿਆ ਗਿਆ ਹੈ, ਜੋ ਇੱਕ ਲੰਬੀ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਸਾਰੀ ਜੋ ਉਹਨਾਂ ਦੀ ਅਸੀਂ ਕਹਿ ਸਕਦੇ ਜੋ ਉਹਨਾਂ ਨੇ ਅਫਸੋਸ ਜ਼ਾਹਰ ਕੀਤਾ ਹੈ ਕਿ ਪਾਰਟੀ ਦੇ ਕੋਲ ਉਹਨਾਂ ਨੇ ਗੱਲਾਂ ਰੱਖੀਆਂ, ਲੇਕਿਨ ਜਿਸ ਤਰੀਕੇ ਦੇ ਲੋਕਾਂ ਨੂੰ ਪਾਰਟੀ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਦੇ ਦਿੱਤੀ ਗਈ ਤੇ ਉਹਨਾਂ ਦੇ ਵਾਰ-ਵਾਰ ਪਾਰਟੀ ਲੀਡਰਸ਼ਿਪ ਤੱਕ ਗੱਲ ਪਹੁੰਚਾਉਣ ਦੇ ਬਾਵਜੂਦ ਪਾਰਟੀ ਇਸ ਸਭ ਨੂੰ ਸੁਣਨ ਨੂੰ ਤਿਆਰ ਨਹੀਂ, ਜਾਂ ਫਿਰ ਪਾਰਟੀ ਦਾ ਜੋ ਕਲਚਰ ਪੰਜਾਬ ਦੇ ਵਿੱਚ ਬਣ ਚੁੱਕਿਆ ਹੈ ਉਸ ਨੂੰ ਚੇਂਜ ਕਰਨ ਦੇ ਲਈ ਤਿਆਰ ਨਹੀਂ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਹੁਣ ਇਸ ਪਾਰਟੀ ਦਾ ਹਿੱਸਾ ਨਹੀਂ ਰਹਿ ਸਕਦੇ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਇਸ ਵੇਲੇ ਬੀਜੇਪੀ ਦੇ ਹੈੱਡਕੁਆਰਟਰ ਪਹੁੰਚ ਚੁੱਕੇ ਨੇ, ਤਾਂ ਹੁਣ ਤੋਂ ਕੁਝ ਹੀ ਸਮੇਂ ਦੇ ਬਾਅਦ ਤਸਵੀਰਾਂ ਸਾਹਮਣੇ ਆਉਣਗੀਆਂ। ਮਨਪ੍ਰੀਤ ਬਾਦਲ ਬੀਜੇਪੀ ਸ਼ਾਮਲ ਹੋ ਜਾਣਗੇ।